प्यारे विद्यार्थियों, डॉक्टर सौरभ मैनरो हैडमास्टर गौरमेंट हाई स्कूल चीमा खन्ना ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਨਮਸਤੇ। ਆਪਾਂ ਲਾਸਟ ਲੈਕਚਰਸ ਦੇ ਵਿੱਚ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ ਚੈਪਟਰ ਸ਼ੁਰੂ ਕੀਤਾ ਸੀਗਾ, ਦੈਟ ਇਜ਼ ਚੈਪਟਰ ਨੰਬਰ 9 ਤੁਹਾਡੇ NCERT ਦਾ, ਜਿਹਦੇ ਵਿੱਚ ਆਪਾਂ ਸਟਾਰਟਿੰਗ ਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਨੇ ਇਹਦੀ ਫਾਰਮੇਸ਼ਨ ਕੀਤੀ ਕਿ ਡਿਫਰੈਂਸ਼ੀਅਲ ਇਕੁਏਸ਼ਨ ਆਪਾਂ ਕਿਵੇਂ ਬਣਦੀ ਹੈ। ਸੈਕਿੰਡ ਨੰਬਰ ਤੇ ਆਪਾਂ ਨੇ ਆਰਡਰ ਤੇ ਡਿਗਰੀ ਆਫ ਡਿਫਰੈਂਸ਼ੀਅਲ ਇਕੁਏਸ਼ਨ ਕੈਲਕੂਲੇਟ ਕੀਤਾ। ਥਰਡ ਪਾਰਟ ਜਿਹੜਾ ਮੇਨ ਹੈ ਦੈਟ ਇਜ਼ ਸੋਲਿਊਸ਼ਨ ਆਫ ਡਿਫਰੈਂਸ਼ੀਅਲ ਇਕੁਏਸ਼ਨ, ਜਿਸ ਦੇ ਵਿੱਚ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਜਾਂ ਉਹਨੂੰ ਆਪਾਂ ਇੰਟੀਗਰਲ ਵੀ ਕਹਿ ਦਿੰਦੇ ਹਾਂ ਕਿ ਆਪਾਂ ਸੋਲਿਊਸ਼ਨ ਜਾਂ ਇੰਟੀਗਰਲ ਆਫ ਡਿਫਰੈਂਸ਼ੀਅਲ ਇਕੁਏਸ਼ਨ ਕਿਵੇਂ ਕੈਲਕੂਲੇਟ ਕਰਦੇ ਹਾਂ। ਤੇ +2 ਦੇ ਵਿੱਚ ਆਪਣੇ ਕੋਲ ਇਹਨੂੰ ਕੈਲਕੂਲੇਟ ਕਰਨ ਦੇ 3 ਮੈਥਡਸ ਨੇ। फर्स्ट मैथड है दैट इज़ वेरीएबल सैपरेबल मैथड, जिहड़ा सब तो ईजी मैथड है। सैकेंड है होमोजीनियस डिफरेंशियल इक्वेशन, तो थर्ड वन है दैट इज़ लीनियर डिफरेंशियल इक्वेशन, जिहड़ा कि अज आपां ने करना है कि लीनियर डिफरेंशियल इक्वेशन नाल किसी भी डिफरेंशियल इक्वेशन का आपां सोल्यूशन किवें कैलकुलेट करते हैं। ठीक है बेटा, चलो देखो अगले स्लाइड च जिवें आपां ने देखो आपने दसिया कि मैथड्स किहड़े मैथड ने अपने को डिफरेंशियल इक्वेशन सॉल्व करन दे। पहला अपना है वेरीएबल सैपरेबल मैथड, ये आपां ऑलरेडी पिछले लेक्चर्स कवर कर चुके हैं। सैकेंड है होमोजीनियस डिफरेंशियल इक्वेशन, ये भी आपां पिछले लेक्चर्स कवर कर चुके हैं। हुण थर्ड है लीनियर डिफरेंशियल इक्वेशन, इहनूं आपां ने डिस्कस करना है। ठीक है बेटा, अज दे लेक्चर च आपां इहनूं डिस्कस करांगे कि लीनियर डिफरेंशियल इक्वेशन क्या हुंदी है ਤੇ ਆਪਾਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਮੈਥਡ ਨਾਲ ਕਿਸੇ ਵੀ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲੂਸ਼ਨ ਕਿਵੇਂ ਕੱਢਦੇ ਹਾਂ। ਠੀਕ ਹੈ ਬੇਟਾ, ਕਰੀਏ ਸ਼ੁਰੂ। ਚਲੋ ਆਪਾਂ ਸਟਾਰਟ ਕਰਦੇ ਹਾਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ। ਹਾਂਜੀ ਬੇਟਾ, ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਜਿਹੜੀ ਹੁੰਦੀ ਹੈ, ਕੋਈ ਵੀ ਇਕੁਏਸ਼ਨ ਜਿਹੜੀ ਇਸ ਤਰ੍ਹਾਂ ਦੀ ਹੈ dy/dx ਪਲਸ py = q, ਕੋਈ ਵੀ ਡਿਫਰੈਂਸ਼ੀਅਲ ਇਕੁਏਸ਼ਨ ਜਿਹੜੀ ਇਸ ਤਰ੍ਹਾਂ ਦੀ ਹੋਵੇ dy/dx ਪਲਸ py = q, ਵੇਅਰ P ਤੇ Q ਜਿਹੜੇ ਨੇ ਜੀ ਇਹ ਦੋਨੋਂ ਜਾਂ ਤਾਂ x ਦੇ ਫੰਕਸ਼ਨ ਹੋਣ ਜਾਂ ਕਾਂਸਟੈਂਟ ਹੋਣ, ਉਹਨੂੰ ਕਹਿੰਦੇ ਆ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਆਫ ਟਾਈਪ 1। ਦੋ ਤਰ੍ਹਾਂ ਦੀ ਡਿਫਰੈਂਸ਼ੀਅਲ ਇਕੁਏਸ਼ਨ ਕਰਾਂਗੇ ਲੀਨੀਅਰ, ਇਹ ਫਸਟ ਟਾਈਪ ਦੀ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਹੈ। ਠੀਕ ਹੈ ਜੀ, ਫॉर एग्जांपल ਜਿਵੇਂ ਦੇਖੋ ਬੇਟਾ ਇਹਦੀ ਐਗਜ਼ਾਮਪਲ ਆਪਾਂ ਲੈਂਦੇ ਆ, ਜਿਵੇਂ ਆਹ ਇਕੁਏਸ਼ਨ ਹੈ ਜੀ, ਸਪੋਜ਼ ਕਰ ਲਓ ਆਹ ਇਕੁਏਸ਼ਨ ਲਿੱਤੀ ਆਪਾਂ ਨੇ, ਇਹ ਪੁੱਛ ਲਵੇ ਕਿ ਇਹ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਹੈ, ਤਾਂ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਜਦੋਂ ਵੀ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦੇਖਣਾ, ਦੇਖੋ ਬੇਟਾ ਫਾਰਮੂਲਾ ਇਹ ਕਹਿੰਦਾ dy/dx ਦੇ ਅੱਗੇ ਕੁਝ ਨਹੀਂ ਹੋਣਾ ਚਾਹੀਦਾ। ਜੇ ਕੁਝ ਹੈ ਤਾਂ ਇਹਨੂੰ ਪਹਿਲਾਂ ਪੂਰੀ ਇਕੁਏਸ਼ਨ ਨਾਲ ਡਿਵਾਈਡ ਕਰ ਦਿਓ। ਦੇਖੋ ਇਹਨੂੰ x ਨਾਲ ਡਿਵਾਈਡ ਕਰ ਦਾਂਗੇ, ਕੀ ਬਚਿਆ ਰਹਿ ਜਾਊਗਾ dy/dx ਪਲਸ 1/xy, ਇੱਧਰ x ਨਾਲ ਡਿਵਾਈਡ ਕਰਾਂਗੇ, ਕਿੰਨਾ ਰਹਿ ਜਾਊਗਾ ਬੇਟਾ x। ਹੁਣ ਦੇਖੋ ਜਿਹੜਾ y ਦੇ ਅੱਗੇ ਹੈ, ਆ ਦੇਖੋ ਆਪਣੇ ਕੋਲ ਫਾਰਮੂਲਾ ਪਹਿਲਾਂ dy/dx ਦੇ ਅੱਗੇ 1 ਹੋਣਾ ਚਾਹੀਦਾ, ਪਲਸ ਜਿਹੜਾ y ਦੇ ਅੱਗੇ ਆ ਉਹ ਸਾਰਾ p ਹੁੰਦਾ, ਆ ਦੇਖੋ ਆ ਸਾਰਾ p ਹੈ, ਤੇ ਰਾਈਟ ਹੈਂਡ ਸਾਈਡ ਤੁਹਾਡੀ q ਹੈ। ਹੁਣ ਕੰਡੀਸ਼ਨ ਕੀ ਹੈ, ਇਹ ਇਸ ਟਾਈਪ ਦਾ ਤਦ ਹੋਊਗਾ ਜੇ ਦੋਨੋਂ ਜਾਂ ਤਾਂ x ਦੇ ਫੰਕਸ਼ਨ ਹੋਣ ਜਾਂ ਕਾਂਸਟੈਂਟ ਹੋਣ। ਦੇਖੋ ਬੇਟਾ ਇਹ ਦੋਨੋਂ x ਦੇ ਫੰਕਸ਼ਨ ਨੇ, 1/x ਹੈ, ਇਹ 1/x ਹੈ, ਤੇ ਇੱਧਰ x ਹੈ, ਕਲੀਅਰਲੀ ਇਹ ਦੋਨੋਂ x ਦੇ ਫੰਕਸ਼ਨ ਨੇ ਜਾਂ ਕਾਂਸਟੈਂਟ ਹੋਣ, ਦੈਨ ਆਪਾਂ ਕਹਿੰਦੇ ਆ ਉਹ ਡਿਫਰੈਂਸ਼ੀਅਲ ਇਕੁਏਸ਼ਨ ਜਿਹੜੀ ਹੁੰਦੀ ਹੈ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਆਫ ਫਸਟ ਟਾਈਪ ਹੁੰਦੀ ਹੈ। ਠੀਕ ਹੈ ਬੇਟਾ, ਚਲੋ ਇਹਦੇ ਇੱਕ ਕੁਐਸਚਨ ਕਰਕੇ ਦੇਖਦੇ ਹਾਂ, ਉਸ ਤੋਂ ਕਲੀਅਰ ਹੋਊਗਾ। ਦੇਖੋ ਜਿਵੇਂ ਆਪਣੇ ਕੋਲ ਆਹ ਕੁਐਸਚਨ ਹੈ, ਸਪੋਜ਼ ਕਰ ਲਓ ਆਹ ਕੁਐਸਚਨ ਹੈ dy/dx ਪਲਸ y/x = x²। ਇਸ ਕੁਐਸਚਨ ਨੂੰ ਆਪਾਂ ਨੇ ਸੋਲਵ ਕਰਨਾ ਹੈ, ਆਪਾਂ ਨੇ ਕਿ ਇਸ ਕੁਐਸਚਨ ਨੂੰ ਕਿਵੇਂ ਸੋਲਵ ਕਰਨਾ ਹੈ। ठीक है जी, इनू आप सॉल्व करना है। सब तो पहला देख लेना है कि ये लीनियर डिफरेंशियल इक्वेशन है। देखो लीनियर डिफरेंशियल इक्वेशन की खासियत है पहले अगे 1 होना चाहिए है। दैन नैक्सट की कंडीशन है जी dy/dx, जेड़ा y दे अगे है वो सारा अपना p है, राइट हैंड साइड वाला q है। फर्स्ट स्टैप थोड़ा ही है, तुसी p ते q कैलकुलेट करने हैं। देखो p है 1/x ते q कितना है, राइट हैंड साइड कितनी है x²। ਇਹ ਦੋਨੋਂ ਜਾਂ ਤਾਂ x ਦੇ ਫੰਕਸ਼ਨ ਹੋਣ ਜਾਂ ਦੋਨੋਂ ਕਾਂਸਟੈਂਟ ਹੋਣ। ਠੀਕ ਹੈ ਜੀ, ਫਸਟ ਸਟੈਪ ਪਤਾ ਚੱਲ ਗਿਆ। ਜਦੋਂ ਵੀ ਇਹ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਹੈ, ਸਭ ਤੋਂ ਪਹਿਲਾ ਸਟੈਪ ਤੁਸੀਂ p ਤੇ q ਕੱਢ ਲੈਣਾ। ਸੈਕਿੰਡ ਸਟੈਪ ਹੈ ਤੁਸੀਂ IF ਕੈਲਕੂਲੇਟ ਕਰਨਾ ਹੈ। IF ਦਾ ਮਤਲਬ ਹੁੰਦਾ ਇੰਟੀਗ੍ਰੇਟਿੰਗ ਫੈਕਟਰ, ਇਹਦਾ ਫੁੱਲ ਫਾਰਮ ਹੈ ਇੰਟੀਗ੍ਰੇਟਿੰਗ ਫੈਕਟਰ। IF ਮਤਲਬ ਇੰਟੀਗ੍ਰੇਟਿੰਗ ਫੈਕਟਰ, ਇਹਦਾ ਫਾਰਮੂਲਾ ਕੈਲਕੂਲੇਟ ਕਰਨ ਦਾ ਹੁੰਦਾ ਜੀ। ਵੈਸੇ ਇੰਟੀਗ੍ਰੇਟਿੰਗ ਫੈਕਟਰ ਦਾ ਮਤਲਬ ਕੀ ਹੈ ਤੁਹਾਨੂੰ ਥੋੜਾ ਬਹੁਤ ਦੱਸਦਾ, ਇਹ ਹਾਇਰ ਕਲਾਸਿਸ ਦੇ ਵਿੱਚ ਜਾ ਕੇ ਆਉਂਦਾ ਹੈ। ਇੰਟੀਗ੍ਰੇਟਿੰਗ ਫੈਕਟਰ ਮਤਲਬ ਇਹ ਜਿਹਾ ਚੀਜ਼, ਇਹ ਜਿਹਾ ਫੰਕਸ਼ਨ
ਜਿਹਨੂੰ ਗਿਵਨ ਇਕੁਏਸ਼ਨ ਨਾਲ ਮਲਟੀਪਲਾਈ ਕਰੀਏ, ਜਿਹੜੀ ਵੀ ਇਕੁਏਸ਼ਨ ਦਿੱਤੀ ਹੋਈ ਹੈ ਉਹਦੇ ਨਾਲ ਮਲਟੀਪਲਾਈ ਕਰੀਏ, ਉਹ ਇਕੁਏਸ਼ਨ ਪੂਰੇ ਕਿਸੇ ਚੀਜ਼ ਦਾ ਟੋਟਲ ਡੈਰੀਵੇਟਿਵ ਬਣ ਜੇ, ਦੈਟ ਇਜ਼ ਕਾਲਡ ਇੰਟੀਗ੍ਰੇਟਿੰਗ ਫੈਕਟਰ। ਠੀਕ ਹੈ ਜੀ, ਉਹ ਹਾਇਰ ਲੈਵਲ 'ਚ ਆਊਗਾ, ਇੰਨਾ ਜ਼ਿਆਦਾ ਡਿਟੇਲ 'ਚ ਨਹੀਂ। ਆਪਾਂ ਨੂੰ ਸਿੰਪਲ ਇਹ ਪਤਾ ਹੋਵੇ ਕਿ ਪਹਿਲੇ ਨੰਬਰ ਤੇ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਜੇ ਬਣ ਗਈ ਤੇ ਪੀ ਤੇ ਪੀ ਕਿਊ ਕੈਲਕੂਲੇਟ ਕਰ ਲੈਣਾ ਫਸਟ ਸਟੈਪ। ਸੈਕਿੰਡ ਸਟੈਪ 'ਚ ਤੁਸੀਂ ਇੰਟੀਗ੍ਰੇਟਿੰਗ ਫੈਕਟਰ ਕੈਲਕੂਲੇਟ ਕਰਨਾ। ਹੁਣ ਦੇਖੋ ਇੱਥੇ ਦੀ ਵੈਲਿਊ ਪੁੱਟ ਕੀਤੀ e ਦੀ ਪਾਵਰ, p ਦੀ ਵੈਲਿਊ ਹੈ ਆਪਣੇ ਕੋਲ 1/x। ਇਹਦਾ ਤੁਸੀਂ ਇੰਟੀਗ੍ਰੇਸ਼ਨ, ਈਜ਼ੀ ਇੰਟੀਗ੍ਰੇਸ਼ਨ ਹੋਊਗਾ ਬੇਟਾ, ਕੁਝ ਨਹੀਂ ਕਰਨਾ। 1/x ਦਾ ਇੰਟੀਗ੍ਰੇਸ਼ਨ ਕਿੰਨਾ ਹੁੰਦਾ ਹੈ, log x। ਠੀਕ ਹੈ ਬੇਟਾ, ਹੁਣ ਤੁਹਾਨੂੰ ਇਹ ਰੂਲ ਪਤਾ ਹੋਣਾ ਚਾਹੀਦਾ, ਆ log ਹੈ, ਆ ਐਂਟੀ log ਹੈ। log ਤੇ ਐਂਟੀ log ਇੱਕ ਦੂਜੇ ਨਾਲ ਕੈਂਸਲ ਹੋ ਜਾਂਦੇ ਹੁੰਦੇ, ਕੀ ਬਚ ਗਿਆ, x। ਦੇਖੋ ਸੈਕਿੰਡ ਸਟੈਪ ਆਪਣਾ ਕੰਪਲੀਟ ਹੋ ਗਿਆ, ਮਤਲਬ ਫਸਟ ਸਟੈਪ 'ਚ ਆਪਾਂ ਨੇ p ਤੇ q ਕੈਲਕੂਲੇਟ ਕਰਨਾ ਹੈ, ਸੈਕਿੰਡ ਸਟੈਪ ਦੇ ਵਿੱਚ ਆਪਾਂ ਨੇ ਇੰਟੀਗ੍ਰੇਟਿੰਗ ਫੈਕਟਰ ਕੈਲਕੂਲੇਟ ਕਰਨਾ ਹੈ। ਠੀਕ ਹੈ ਬੇਟਾ, ਥਰਡ ਸਟੈਪ ਜਿਹੜਾ ਮੇਨ ਹੈ ਜੀ, ਇਹ ਤੁਹਾਨੂੰ ਮੈਂ ਈਜ਼ੀ ਵੇ ਨਾਲ ਕਰਵਾ ਰਿਹਾ, ਬੁੱਕ 'ਚ ਔਖਾ ਹੈ। ਜਦੋਂ ਵੀ ਇਸ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲੂਸ਼ਨ ਲਿਖਣਾ ਹੈ, ਉਹਦਾ ਆ ਫਾਰਮੂਲਾ ਹੈ ਬੇਟਾ, y ਇੰਟੂ ਇੰਟੀਗ੍ਰੇਟਿੰਗ ਫੈਕਟਰ ਇੰਟੀਗਰਲ q ਇੰਟੂ ਇੰਟੀਗ੍ਰੇਟਿੰਗ ਫੈਕਟਰ dx ਪਲਸ c, ਵੇਅਰ c ਇਜ਼ ਕੌਨਸਟੈਂਟ ਆਫ ਇੰਟੀਗ੍ਰੇਸ਼ਨ। ਠੀਕ ਹੈ, ਆਹ ਫਾਰਮੂਲਾ ਤੁਸੀਂ ਯੂਜ਼ ਕਰਨਾ ਹੈ ਜਦੋਂ ਵੀ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲੂਸ਼ਨ ਕਰਨਾ ਹੈ। ਦੇਖੀਏ ਪਹਿਲਾਂ y ਐਵੇਂ, ਠੀਕ ਹੈ ਜੀ। ਇੰਟੀਗ੍ਰੇਟਿੰਗ ਫੈਕਟਰ ਦੇਖੋ ਬੇਟਾ, ਆਪਾਂ ਨੇ x ਕੈਲਕੂਲੇਟ ਕੀਤਾ ਹੈ, ਇੰਟੀਗਰਲ q ਦੇਖੋ ਆਪਾਂ ਨੂੰ ਪਤਾ ਹੈ ਕੁਐਸਚਨ 'ਚ ਕਿੰਨਾ ਹੈ ਜੀ, x ਸਕੁਅਰ, q ਹੈ x ਸਕੁਅਰ। ਇੰਟੀਗ੍ਰੇਟਿੰਗ ਫੈਕਟਰ ਆਪਾਂ ਨੂੰ ਪਤਾ, ਆਪਾਂ ਨੇ ਕੱਢਿਆ x dx ਪਲਸ c। ਇੱਥੋਂ ਦੇਖੋ ਬੇਟਾ ਆਨਸਰ ਕੀ ਆਇਆ, ਇਹ ਦੇਖੋ ਜਦੋਂ ਇਹਨੂੰ ਇਹਨਾਂ ਮਲਟੀਪਲਾਈ ਕਰਾਂਗੇ ਇਹ ਬਣ ਜੂਗਾ x ਕਿਊਬ, ਤੇ x ਕਿਊਬ ਦੀ ਇੰਟੀਗ੍ਰੇਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਬੇਟਾ, ਬਹੁਤ ਈਜ਼ੀ ਇੰਟੀਗ੍ਰੇਸ਼ਨ ਹੋਊਗੀ ਇਹਦੇ 'ਚ, ਇਹ 'ਚ ਲੈਂਥੀ ਇੰਟੀਗ੍ਰੇਸ਼ਨ ਨਹੀਂ ਆਉਂਦਾ। ਦੇਖੋ ਦਿਸ ਇਜ਼ ਦੀ ਰਿਕੁਆਇਰਡ ਸੋਲੂਸ਼ਨ ਆਫ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ। ਦੇਖੋ ਬੇਟਾ ਕਲੀਅਰ ਹੈ, ਮੀਨਸ ਦੁਬਾਰਤੀ ਰੀਕੈਪ ਕਰਦੇ ਹਾਂ ਇੱਕ ਵਾਰੀ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਲੈਣਾ ਹੈ ਕਿ ਇਹ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਹੈਗੀ ਹੈ, ਕਿ ਕਿਆ ਇਹ ਇਸ ਫਾਰਮ 'ਚ ਲਿਖੀ ਜਾ ਸਕਦੀ ਹੈ। ਸਭ ਤੋਂ ਪਹਿਲਾ ਸਟੈਪ ਤਾਂ ਤੁਹਾਡਾ ਇਹੀ ਹੈ ਕਿ ਇਹ ਇਸ ਫਾਰਮ ਦੇ ਵਿੱਚ ਲਿਖੀ ਜਾ ਸਕਦੀ ਹੈ, ਵੇਅਰ p ਤੇ q ਕੀ ਹੋਣ, x ਦੇ ਫੰਕਸ਼ਨ ਹੋਣ। ਦੇਖੋ ਲਿਖੀ ਜਾ ਸਕਦੀ ਹੈ, ਫਸਟ ਸਟੈਪ ਕੰਪਲੀਟ ਹੋ ਗਿਆ। ਸੈਕਿੰਡ ਸਟੈਪ ਤੁਸੀਂ ਇੰਟੀਗ੍ਰੇਟਿੰਗ ਫੈਕਟਰ ਕੈਲਕੂਲੇਟ ਕਰਨਾ ਹੈ, ਉਹਦੇ ਲਈ ਤੁਹਾਨੂੰ ਫਾਰਮੂਲਾ ਪਤਾ ਹੈ, ਆਹ ਫਾਰਮੂਲਾ ਯੂਜ਼ ਕਰਨਾ ਹੈ, ਇੱਥੇ ਦੀ ਵੈਲਿਊ ਪੁੱਟ ਕਰਨੀ ਹੈ, ਪੁੱਟ ਕਰਨ ਤੋਂ ਬਾਅਦ ਇੰਟੀਗ੍ਰੇਸ਼ਨ ਕਰਨਾ ਹੈ। ਤੇ ਧਿਆਨ ਰੱਖਣਾ ਹੈ ਜੀ ਇਹ 'ਚ ਪਲੱਸ c ਨਹੀਂ ਪਾਣਾ, ਧਿਆਨ ਰੱਖਿਓ ਇੰਟੀਗ੍ਰੇਟਿੰਗ ਫੈਕਟਰ ਕੱਢਣ ਲੱਗੇ ਇੰਟੀਗ੍ਰੇਸ਼ਨ ਕਰਕੇ ਪਲੱਸ c ਨਹੀਂ ਪਾਣਾ। ਠੀਕ ਹੈ ਬੇਟਾ, ਹੁਣ ਨੈਕਸਟ ਧਿਆਨ ਰੱਖਣਾ ਹੈ, ਜੇ ਉੱਪਰ ਇੰਟੀਗ੍ਰੇਸ਼ਨ ਕਰਕੇ log 'ਚ ਆਨਸਰ ਆਵੇ ਤਾਂ log ਨੂੰ ਕੈਂਸਲ ਜ਼ਰੂਰ ਕਰਨਾ ਐਂਟੀ log ਦੇ ਨਾਲ, ਆਹ ਕੈਂਸਲ ਹੋ ਜਾਊਗਾ, ਰਹਿ ਗਿਆ ਇੰਟੀਗ੍ਰੇਟਿੰਗ ਫੈਕਟਰ। ਠੀਕ ਹੈ ਜੀ, ਪਹਿਲਾ ਸਟੈਪ p ਤੇ q ਕੱਢਣਾ ਹੈ, ਸੈਕਿੰਡ ਸਟੈਪ ਤੁਸੀਂ ਇੰਟੀਗ੍ਰੇਟਿੰਗ ਫੈਕਟਰ ਕੱਢਣਾ ਹੈ, ਤੇ ਥਰਡ ਸਟੈਪ ਬੇਟਾ ਸੋਲੂਸ਼ਨ ਕੱਢਣ ਲਈ ਆਹ ਫਾਰਮੂਲਾ ਯੂਜ਼ ਕਰਨਾ ਹੈ। y ਇੰਟੀਗ੍ਰੇਟਿੰਗ ਫੈਕਟਰ ਤੁਹਾਨੂੰ ਪਤਾ ਕੱਢਿਆ ਹੋਣਾ ਪਿੱਛੇ, q ਤੁਹਾਨੂੰ ਪਤਾ ਹੈ, ਇੰਟੀਗ੍ਰੇਟਿੰਗ ਫੈਕਟਰ ਤੁਹਾਨੂੰ ਪਤਾ ਹੈ, dx ਲਿਖੋ ਪਲੱਸ c ਕੀ ਹੁੰਦਾ, ਕਾਂਸਟੈਂਟ ਆਫ ਇੰਟੀਗ੍ਰੇਸ਼ਨ। ਬਸ ਸਿੰਪਲ ਇਹਦਾ ਇੰਟੀਗ੍ਰੇਸ਼ਨ ਕਰ ਦੋ, ਦੈਟ ਇਜ਼ ਦੀ ਰਿਕੁਆਇਰਡ ਆਨਸਰ। ਕਲੀਅਰ ਹੈ ਬੇਟਾ, ਲੋ ਨੈਕਸਟ ਕੁਐਸਚਨ ਦੇਖੀਏ ਇੱਕ ਹੋਰ, ਉਸ ਤੋਂ ਜ਼ਿਆਦਾ ਕਲੀਅਰ ਹੋਊਗਾ ਤੁਹਾਨੂੰ ਕਿ ਸੋਲੂਸ਼ਨ ਆਪਾਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਕਿਵੇਂ ਕੱਢਦੇ ਹਾਂ। ਲੋ ਇੱਕ ਹੋਰ ਕੁਐਸਚਨ ਲੈਣੇ ਆ, ਜਿਵੇਂ ਮੰਨ ਲਓ ਆਹ ਕੁਐਸਚਨ ਹੈ dy/dx ਪਲਸ 3y ਇਜ਼ ਇਕੁਅਲ ਟੂ e ਦੀ ਪਾਵਰ -2x। ਦੇਖੋ ਬੇਟਾ ਕਿਆ ਇਹ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਹੈ। ਸਭ ਤੋਂ ਪਹਿਲਾਂ ਕੀ ਕੰਡੀਸ਼ਨ ਹੁੰਦੀ ਹੈ, dy/dx ਦੇ ਅੱਗੇ 1 ਹੋਣਾ ਚਾਹੀਦਾ, ਦੇਖੋ ਹੈ। ਫਿਰ ਕੀ ਕੰਡੀਸ਼ਨ ਹੁੰਦੀ ਹੈ, ਸੈਕਿੰਡ ਹੁੰਦਾ ਜਿਹੜਾ y ਦੇ ਅੱਗੇ ਲਿਖਿਆ ਹੋਇਆ ਉਹ ਤੁਹਾਡਾ ਸਾਰਾ p ਹੈ, ਦੈਟ ਇਜ਼ p ਆਇਆ 3, ਤੇ ਜਿਹੜੀ ਰਾਈਟ ਹੈਂਡ ਸਾਈਡ ਹੈ ਉਹ q ਹੈ। ਦੇਖੋ ਪਹਿਲਾਂ p ਤੇ q ਕੱਢਣਾ ਹੈ, ਫਿਰ ਇਹ ਦੇਖਣਾ ਹੈ ਦੋਨੋਂ ਕਿਆ x ਦੇ ਫੰਕਸ਼ਨ ਹੈ ਜਾਂ ਕਾਂਸਟੈਂਟ ਹੈ। ਆ ਦੇਖੋ ਆ ਕਾਂਸਟੈਂਟ ਆ x ਦਾ ਫੰਕਸ਼ਨ। ਠੀਕ ਹੈ ਜੀ, ਫਸਟ ਸਟੈਪ ਕੰਪਲੀਟ ਹੋ ਗਿਆ। ਸੈਕਿੰਡ ਸਟੈਪ ਹੈ ਇੰਟੀਗ੍ਰੇਟਿੰਗ ਫੈਕਟਰ ਕੈਲਕੂਲੇਟ ਕਰਨਾ, ਉਹਦਾ ਕੀ ਫਾਰਮੂਲਾ ਦੱਸਿਆ ਬੇਟਾ, e ਦੀ ਪਾਵਰ p dx। ਠੀਕ ਹੈ ਜੀ, p ਦੀ ਮੈਂ ਵੈਲਿਊ ਪੁੱਟ ਕਰਤੀ, ਦੇਖੋ ਹੁਣ 3 ਕਾਂਸਟੈਂਟ ਹੈ ਬਾਹਰ ਆ ਗਿਆ, dx ਦਾ ਇੰਟੀਗ੍ਰੇਸ਼ਨ ਹੁੰਦਾ x। ਬੇਟਾ ਇੰਟੀਗ੍ਰੇਟਿੰਗ ਫੈਕਟਰ 'ਚ ਪਲੱਸ c ਨਹੀਂ ਪਾਣਾ ਇੰਟੀਗ੍ਰੇਸ਼ਨ ਕਰਕੇ। ਠੀਕ ਹੈ ਜੀ, ਆ ਗਿਆ ਤੁਹਾਡਾ ਸੈਕਿੰਡ ਸਟੈਪ ਕੰਪਲੀਟ ਹੋ ਗਿਆ, ਇੰਟੀਗ੍ਰੇਟਿੰਗ ਫੈਕਟਰ ਦਾ ਆਨਸਰ ਆ ਗਿਆ। ਠੀਕ ਹੈ ਬੇਟਾ, ਹੁਣ ਆਪਣਾ ਹੈ ਥਰਡ ਸਟੈਪ। ਥਰਡ ਸਟੈਪ ਧਿਆਨ ਨਾਲ ਕਰਨਾ ਹੈ, ਫਿਰ ਕਹਿ ਰਹੇ ਹਾਂ ਬੁੱਕ 'ਚ ਔਖੇ ਤਰੀਕੇ ਨਾਲ, ਆਪਾਂ ਸੌਖੇ ਤਰੀਕੇ ਨਾਲ ਆਪਾਂ ਨੇ ਫਾਰਮੂਲਾ ਯੂਜ਼ ਕਰਨਾ ਹੈ ਸੋਲੂਸ਼ਨ ਕੱਢਣ ਲਈ। ਕੀ ਫਾਰਮੂਲਾ ਹੈ, y ਇੰਟੂ ਇੰਟੀਗ੍ਰੇਟਿੰਗ ਫੈਕਟਰ ਇੰਟੀਗਰਲ q ਇੰਟੂ ਇੰਟੀਗ੍ਰੇਟਿੰਗ ਫੈਕਟਰ dx ਪਲਸ c,
बेटा फॉर्मूला जरूर लिखना है, ता ही नंबर मिलने हैं पेपर च। हुण देखो y इंटीग्रेटिंग फैक्टर देखो आपां ने कढ़िया की कढ़िया e दी पावर 3x आ इंटीग्रेटिंग फैक्टर है इज इक्वल टू q देखो आपां नूं क्वेश्चन च पता है जी, आपां ने देखो क्वेश्चन च कढ़िया q कितना है e दी पावर -2x है। देखो q e दी पावर -2x, इंटीग्रेटिंग फैक्टर कढ़िया e दी पावर 3x आ है जी। देखो हुण कर दो ਇਹਦਾ इंटीग्रेशन, बेटा इंटीग्रेशन भी सौखा आऊगा, औखा नहीं बनता ਇਹਦੇ ਚ। देखो बेस सेम ने, पावर ऐड हो गई 3x ਦੇ ਵਿੱਚ 2x -2x ऐड करांगे x रह जाऊगा बेटा। ਤੇ ਇਹਦਾ ਇੰਟੀਗ੍ਰੇਸ਼ਨ ਮੇਰੇ ਖਿਆਲ ਨਾਲ ਸਾਰਿਆਂ ਨੂੰ ਆਂਦਾ ਹੀ ਹੋਣਾ ਹੈ। e ਦੀ ਪਾਵਰ x ਦਾ ਇੰਟੀਗ੍ਰੇਸ਼ਨ e ਦੀ ਪਾਵਰ x ਹੁੰਦਾ ਹੈ ਨਾਲ ਪਲੱਸ c ਪਾ ਲਓ। ਦਿਸ ਇਜ਼ ਦੀ ਰਿਕੁਆਇਰਡ ਸੋਲੂਸ਼ਨ ਆਫ ਗਿਵਨ ਡਿਫਰੈਂਸ਼ੀਅਲ ਇਕੁਏਸ਼ਨ। ਕਲੀਅਰ ਹੈ बेटा, बहुत ईजी है। लो एक क्वेश्चन होर करते हैं होर ज़्यादा क्लैरिटी लई। लो इनू सॉल्व करना है एक्स डी वाई ओवर डी एक्स प्लस 2y इज इक्वल टू एक्स स्क्वायर लॉग एक्स। इनू आपां ने सॉल्व करना। हुण देखो बेटा उवें ही स्टार्ट कित्थों करना है, जदों भी तुहानूं क्वेश्चन आ जाए सब तो पहला तुसीं ये देखो कि ये वेरीएबल सैपरेबल मैथड नाल हो सकदा है। बेटा पेपर च क्वेश्चन आ गया उत्थे किहड़ा लिखिया होना है लीनियर दा, तो सब तो पहला देखना तुसीं वेरीएबल सैपरेबल ना हो सकता है कि एक्स से वाई अलग अलग हो सकते हैं। देखो ये नहीं होने जी, कोशिश करके देख लो एक्स से वाई अलग अलग नहीं होने। देखो ये वेरीएबल सैपरेबल तो है नहीं, एम ही स्टार्ट करना बेटा हमेशा। सैकेंड देखना है कि होमोजीनियस है। होमोजीनियस लिए तुहानूं दस्सिया सीगा पिछले लैक्चर च, इत्थों कढ़ना पहला डी वाई ओवर डी एक्स क्वेश्चन तो। देखो जो क्वेश्चन तो डी वाई ओवर डी एक्स कढ़ी, इनू उधर लै जाओ, आ बनया। देखो इन्हें इधर ले गए एक्स ना डिवाइड करता, क्या देखो ये होमोजीनियस है। होमोजीनियस कदों होंदा है जो उपरले दी डिग्री आपस सेम होवे, नीचे वाले दी आपस। इत्थे तो उपर वाली दी इत्थे 2 है, इत्थे 1 है, तो होमोजीनियस भी नहीं है। देखो पहले नंबर ते वेरीएबल सैपरेबल भी नहीं है, सैकेंड नंबर ते होमोजीनियस भी नहीं है, तो थर्ड नंबर ते देखना तुसीं ये लीनियर है। लीनियर दियां अपने कोल दो टाइप्स ने, एक टाइप तो पहले हुण वाले लैक्चर च करांगे, एक अगले लैक्चर च करांगे। पहला तुसीं देखनी है कि पहली टाइप इच लगदी भी ज़्यादातर इच आ टाइप लगूगी, जे आ ना लगी आ एक दो क्वेश्चन ने सैकेंड टाइप के। ठीक है, हुण देखते हैं आपां क्या ये क्वेश्चन अपना इस मैथड नाल हो सकता। देखिए हुण देखो पहले नंबर ते वेरीएबल सैपरेबल तो है नहीं सी। हुण देखो ये क्वेश्चन आपां लीनियर देखते हैं है। सब तो पहला लीनियर लई की कंडीशन सी बेटा, सब तो पहला की करना है आपां ने डी वाई ओवर डी एक्स दे अगे 1 बनाना है। इत्थे एक्स है, 1 किवें बनूगा, इनू सारे नू किन नाल डिवाइड कर दो, एक्स नाल डिवाइड कर दो। देखो एक्स नाल इत्थे भी डिवाइड करता, जदों इनू एक्स नाल डिवाइड करांगे एक एक्स कैंसल हो गया। देखो बेटा सही है। फिर आपां ने देखना है पी क्यू। पी की है जिहड़ा वाई दे अगे लिखा है दैट इज पी विद साइन लेना बेटा, जे नैगेटिव लिखा है नैगेटिव लेना है। क्यू की है राइट हैंड साइड। ठीक है बेटा, ये दोनों की होने चाहिए ने, एक्स दे फंक्शन होने चाहिए ने या कॉन्स्टेंट वो है। ਜਿਹਦੇ ਚ भी वाई आ रहा होंदा तो ये टाइप नहीं है। ठीक है बेटा, हुण देखो ਇਹਦਾ सब तो पहला स्टैप हो गया। दूजा स्टैप की है, आपां ने इंटीग्रेटिंग फैक्टर कढना है। ਉਹਦੇ ਲਈ की फॉर्मूला सी आहा। ठीक है जी, ईजी है ना बेटा। हुण देखो इत्थे p की वैल्यू पुट करती, करो ਇਹਦਾ इंटीग्रेशन, 2 कॉन्स्टेंट है बाहर आ गया, तो 1/x का की हुंदा अपने कोल इंटीग्रेशन log x प्लस सी नहीं पाना। ठीक है, हुण देखो इत्थे लॉग आ गया उपर, तो इनू इन्ना कैंसल करना है, तो सीधा तो कैंसल नहीं हो सकता। ठीक है, तो लॉग की खासियत होंदी है जिहड़ा अगे लिखिया होंदा पावर च चले जांदा होंदा, याद है। लॉग की खासियत होंदी, इनू एवें भी लिख सकते हैं देखो, क्योंकि लॉग की प्रॉपर्टी होंदी है पावर अगे आ जाती होंदी है, आही चीज़ बन जू। जे पावर अगे है इनू उपर लैके जा सकते हैं। क्यों एवें किया, ताकि लॉग नाल एंटी लॉग कैंसल हो जाए। आ रह गया जी इहदा इंटीग्रेटिंग फैक्टर। क्लीयर है बेटा। देखो इंटीग्रेटिंग फैक्टर पहला पी क्यू कढ़िया, फिर इंटीग्रेटिंग फैक्टर कढ़िया। इंटीग्रेटिंग फैक्टर च की ध्यान रखना, एक तो प्लस सी नहीं पाना, दूसरा जे पावर च लॉग आ रहा तो लॉग नाल एंटी लॉग कैंसल करना ही करना है। ठीक है जी, नैक्सट देखिए फिर ਇਹਦਾ सोल्यूशन कढण लई की फॉर्मूला है बेटा। नैक्सट आपां सोल्यूशन लई फॉर्मूला लिखना है। की फॉर्मूला है, वाई इंटू इंटीग्रेटिंग फैक्टर इंटीग्रल क्यू इंटू इंटीग्रेटिंग फैक्टर डी एक्स प्लस सी। आ बेटा फॉर्मूला। इत्थे देखो इसकी वैल्यू पुट करो। देखो आपने इंटीग्रेटिंग फैक्टर पिछे कढ़िया, कितना इंटीग्रेटिंग फैक्टर आया एक्स स्क्वायर। देखो इत्थे वैल्यू पुट करती,
इंटीग्रल क्यू की वैल्यू देखो आपां नूं पता है की है एक्स लॉग एक्स, इंटीग्रेटिंग फैक्टर आपां नूं पता है एक्स स्केयर है। हाँ आ गया बेटा देखो, हुण देखो इहदा आ तां इधर दा बन गया एक्स स्केयर वाई, इधर देखो एक्स स्केयर ते एक्स नाल मल्टीप्लाई करांगे एक्स क्यूब बन गया बेटा। लो हुण इहदा इंटीग्रेशन दसो मैनूं किवें करांगे, क्योंकि विच है मल्टीप्लाई तां इह च लगना है बाय पार्ट्स। याद है बाय पार्ट्स दे विच इक आ रूल हुंदा सी आइलेट। आइलेट च देखो एल पहला हुंदा है, आ हुंदा है अलजैब्रिक फंक्शन, आ हुंदा है लॉग फंक्शन। देखो लॉग पहला आ रहा है अलजैब्रिक बाद च आ रहा है, तार के क्योंकि लॉग पहला आ रहा है फर्स्ट फंक्शन हुंदा है, आ सैकेंड। याद है बेटा इंटीग्रेशन च कितना होना है। हुण देखो इहदा इंटीग्रेशन किवें करांगे, की फार्मूला हुंदा सी पहला फर्स्ट एम ही लिख देना है, सैकेंड दा इंटीग्रेशन करके ही लिखना है। देखो एक्स क्यूब दा इंटीग्रेशन की हुंदा है, एक्स क्यूब दा की हुंदा सी x4/4, फिर की हुंदा है माइनस आंदा हुंदा है, इंटीग्रेशन आंदा हुंदा, आ चीज़ इत्थे लिखी दी हुंदी है ते पहले दा डेरीवेटिव कर दिंदे हैं। लॉग एक्स दा डेरीवेटिव कितना हुंदा है 1/x। बेटा जदों भी तुसी लीनियर डिफरेंशियल इक्वेशन करनी है जरूरी है तुहानूं बाय पार्ट्स दा आंदा ही होवे। देखिए हुण तुहाडा आंसर आ गया, देखो नैक्सट स्टैप पे आ एज इट इज, इत्थों देखो 4 कांस्टेंट है बाहर आ गया, ये रह गया एक्स क्यूब। एक्स क्यूब का इंटीग्रेशन बेटा की हुंदा है x4/4 प्लस सी। दिस इज द रिक्वायर्ड सोल्यूशन ऑफ गिवन डिफरेंशियल इक्वेशन। देखो बेटा समझ आया, किते कोई प्रॉब्लम हुई होवे, ठीक है। नैक्सट देखिए एक अद्धा क्वेश्चन होर ट्राई करिए ताकि तुहानूं होर ज़्यादा क्लीयर हो जाए कि लीनियर डिफरेंशियल इक्वेशन नूं किवें सॉल्व करते हैं बेटा, ठीक है। लो नैक्सट देखते हैं एक होर क्वेश्चन सॉल्व। लो आ क्वेश्चन लेने dy/dx प्लस 3x 3y इज इक्वल टू sin x, इनू सॉल्व करना। देखो पहले नंबर ते तुसी जदों भी क्वेश्चन आ गया डिफरेंशियल इक्वेशन को सॉल्व करन दा, पहले नंबर ते देखो क्या है वेरीएबल सैपरेबल हो सकती है, क्या x से y अलग अलग हो सकते हैं, कोशिश करके देख लो x से y अलग अलग नहीं होंगे। देखो पहला मैथड तक गया जी। फिर दूजे नंबर ते देखना है कि ये होमोजीनियस है, होमोजीनियसली की है इधर ले जाओ, पहला dy/dx कड्डो, देखो आ आया, क्या ये होमोजीनियस है, क्या ऊपर वाले डिग्री ते नीचे वाले डिग्री सेम है, यदि डिग्री 1 है तो डिग्री निकलनी क्योंकि ये साइन है तो एंगल च, देफोर यदि डिग्री नहीं है, देफोर दिस इज नॉट होमोजीनियस, ये होमोजीनियस भी नहीं है। थर्ड मैथड की रह गया बेटा, थर्ड रह गया कि यह लीनियर डिफरेंशियल इक्वेशन हैगी है, वो चेक करते हैं आप, देखते हैं लीनियर डिफरेंशियल इक्वेशन की पहला फर्स्ट टाइप हैगी है। देखिए देखो आ अपने को dy क्वेश्चन आए, हुण देखो बेटा लीनियरली की करीदा हुंदा, की करते हुंदे सीगे लीनियरली, सब तो पहला dy/dx दे अगे 1 होना चाहिए है। सैकेंड स्टैप हुंदा सी जिहड़ा y दे अगे आ वो तुहाडा p है विद साइन, प्लस है तो प्लस लिख लिया, जे माइनस हुंदा माइनस, ते राइट हैंड साइड तुहाडा q है, ठीक है जी, ये भी सही है। क्या ये दोनों x दे फंक्शन हैं, जे हैं तां ये इस टाइप दा है, जे नहीं है तो आपां जिहड़ी अगली टाइप अगले लैक्चर च करांगे वो है, ठीक है जी। ये देखो इस टाइप दे हैं क्योंकि ये फंक्शन ऑफ x या कांस्टेंट होना चाहिए, इधर कांस्टेंट है इधर x का फंक्शन है। नैक्सट ਇਹਦਾ सोल्यूशन किमें कैलकुलेट करांगे, पहला ਆਪਾਂ ਕੱਢਾਂਗੇ, पहला स्टैप हो गया p ਤੇ q ਕੱਢ ਲਿਆ, सैकेंड स्टैप की ਸੀਗਾ ਆਪਾਂ ਇਹਦਾ ਇੰਟੀਗ੍ਰੇਟਿੰਗ ਫੈਕਟਰ ਕੱਢਦੇ ਹੁੰਨੇ ਆ ਜੀ। ਕੀ ਫਾਰਮੂਲਾ ਸੀਗਾ e ਦੀ ਪਾਵਰ p dx, e ਦੀ ਪਾਵਰ p ਦੀ ਵੈਲਿਊ ਆਪਾਂ ਨੂੰ ਪਤਾ ਹੈ, क्या इंटीग्रेशन होगा 3 बाहर dx ਦਾ इंटीग्रेशन x, ठीक है जी। प्लस सी एच पाना नहीं ਤੇ ਨਾਲ ਦੇ ਨਾਲ ਜੇ ਉੱਪਰ ਪਾਵਰ ਚ log ਆ ਰਹੀ ਹੁੰਦੀ ਤਾਂ ਆਪਾਂ ਕੈਂਸਲ ਜ਼ਰੂਰ ਕਰਨਾ ਸੀ। फिर उस तो बाद नैक्सट स्टैप की है सोल्यूशन, की फार्मूला सीगा दसिया बेटा, फार्मूला जरूर लिखना है y इंटू इंटीग्रेटिंग फैक्टर इंटीग्रल q इंटू इंटीग्रेटिंग फैक्टर dx प्लस सी, आ फार्मूला। देखिए फार्मूले च वैल्यू पुट करिए, y इंटू इंटीग्रेटिंग फैक्टर थोनू पता है, इंटीग्रल q थोनू पता, देखो q कितना कढ़े अपने कोल साइन x है, पुट कर दो इंटू इंटीग्रेटिंग फैक्टर आपां नूं पता है। हुण देखो बेटा ये इंटीग्रेशन किमें होगी, याद है ये इंटीग्रेशन तुसी इंटीग्रेशन च कीती होने, चलो इन्हें इत्थे ही छड्डता, ये इंटीग्रेशन आपां अलग तो कढ के देखते हैं, ये इंटीग्रेशन की होगी। देखो जे किसी नूं पता होवे
ਜੇ ਤਾਂ ਵਿੱਚ ਪਲੱਸ ਹੁੰਦਾ ਫਿਰ ਤਾਂ ਇੰਟੀਗ੍ਰੇਸ਼ਨ ਇਹ ਦੋਨਾਂ ਕੋਲ ਚਲੇ ਜਾਣਾ ਸੀ, ਇੱਥੇ ਤਾਂ ਮਲਟੀਪਲਾਈ ਹੈ। ਇਹਨੂੰ ਕਰਨ ਦਾ ਕੀ ਤਰੀਕਾ ਬੇਟਾ, ਬਾਏ ਪਾਰਟਸ ਹੀ ਹੈ। ਤਾਂ ਬਾਏ ਪਾਰਟਸ ਦੇ ਵਿੱਚ ਆਪਣੇ ਕੋਲ ਆਈਲੇਟ ਹੁੰਦਾ, ਯਾਦ ਹੈ, ਤੇ ਯਾਦ ਹੋਵੇ ਤੁਸੀਂ ਕੀਤਾ ਹੋਣਾ ਇੰਟੀਗ੍ਰੇਸ਼ਨ ਜਦੋਂ ਵੀ ਈ ਦੇ ਨਾਲ, ਈ ਦੀ ਪਾਵਰ ਦੇ ਨਾਲ ਜਾਂ ਸਾਈਨ ਹੋਵੇ ਜਾਂ ਕੌਸ ਹੋਵੇ, ਤਾਂ ਇਹ ਕੁਐਸਚਨ ਨੂੰ ਕਰਨ, ਇਹਦਾ ਇੰਟੀਗਰਲ ਕਰਨ ਦਾ ਤਰੀਕਾ ਹੁੰਦਾ ਸੀ, ਇਹਨੂੰ ਆਈ ਮੰਨਦੇ ਹੁੰਦੇ ਸੀ। ਆਈ ਮੀਨਸ ਇੰਟੀਗਰਲ, ਠੀਕ ਹੈ, ਆਈ ਮੰਨ ਕੇ ਇਹਨੂੰ ਸੋਲਵ ਕਰਨਾ। ਦੇਖੋ ਹੁਣ ਕਿਵੇਂ ਸੋਲਵ ਹੋਊਗਾ, ਆ ਤਾਂ ਹੈਗਾ ਐਕਸਪੋਨੈਂਸ਼ੀਅਲ ਫੰਕਸ਼ਨ। ਇਹ ਦੇਖੋ ਲਾਸਟ ਐਕਸਪੋਨੈਂਸ਼ੀਅਲ ਫੰਕਸ਼ਨ ਹਮੇਸ਼ਾ ਸੈਕਿੰਡ ਹੁੰਦਾ, ਆ ਤੁਹਾਡਾ ਫਸਟ ਆਊਗਾ। ਕਲੀਅਰ ਹੈ, ਠੀਕ ਹੈ ਬੇਟਾ। ਇੰਟੀਗ੍ਰੇਸ਼ਨ ਕਰਕੇ ਦਿਖਾ ਰਹੇ ਹਾਂ, ਬਟ ਤੁਹਾਨੂੰ ਆਂਦੀ ਹੋਣੀ ਚਾਹੀਦੀ ਹੈ ਤਾਂ ਡਿਫਰੈਂਸ਼ੀਅਲ ਇਕੁਏਸ਼ਨ ਸਮਝ ਆਣੀ ਹੈ। ਸਿੰਪਲ ਇੰਟੀਗ੍ਰੇਸ਼ਨ ਤਾਂ ਆਂਦੀ ਹੋਵੇ। ਹੁਣ ਦੇਖੋ ਇਹਦੀ ਇੰਟੀਗ੍ਰੇਸ਼ਨ ਕਿਵੇਂ ਕਰਦੇ ਸੀ, ਪਹਿਲਾਂ ਫਸਟ ਐਵੇਂ, ਸੈਕਿੰਡ ਦਾ ਇੰਟੀਗ੍ਰੇਸ਼ਨ ਕਰਕੇ ਹੀ ਲਿਖਣਾ। ਇਹਦਾ ਇੰਟੀਗ੍ਰੇਸ਼ਨ ਕੀ ਹੋਊਗਾ, ਈ ਦੀ ਪਾਵਰ ਦਾ ਈ ਦੀ ਪਾਵਰ, ਤੇ ਜਿਹੜਾ ਪਾਵਰ ਦੇ ਅੱਗੇ ਹੁੰਦਾ ਉਹ ਡਿਵਾਈਡ ਹੁੰਦਾ, ਠੀਕ ਹੈ, ਇਹੀ ਹੁੰਦਾ। ਫਿਰ ਮਾਈਨਸ ਇੰਟੀਗਰਲ, ਜਿਹੜਾ ਇੰਟੀਗ੍ਰੇਸ਼ਨ ਆਇਆ ਇੱਥੇ ਲਿਖੀਦਾ ਹੁੰਦਾ, ਪਹਿਲੇ ਦਾ ਡੈਰੀਵੇਟਿਵ, ਸਾਈਨ ਦਾ ਡੈਰੀਵੇਟਿਵ ਕਿੰਨਾ ਹੁੰਦਾ, cos, ਇਹਦੇ ਨਾਲ ਪਾ ਦੇਣਾ dx। ਠੀਕ ਹੈ ਬੇਟਾ, ਸਹੀ ਹੈ। ਇਹਨੂੰ ਦੇਖੋ ਹੁਣ ਸਿੰਪਲੀਫਾਈ ਕਰੋ, ਆ ਐਵੇਂ 1/3 ਬਾਹਰ ਆ ਗਿਆ, ਅੰਦਰ ਆ ਐਵੇਂ। ਠੀਕ ਹੈ ਬੇਟਾ, ਦੇਖੋ ਸਹੀ ਹੈ। ਹੁਣ ਤੁਸੀਂ ਯਾਦ ਹੋਵੇ ਜਦੋਂ ਇੰਟੀਗ੍ਰੇਸ਼ਨ 'ਚ ਕਰਦੇ ਸੀ ਈ ਦੀ ਪਾਵਰ ਦੇ ਨਾਲ ਸਾਈਨ ਜਾਂ ਕੌਸ ਵਾਲਾ ਇੰਟੀਗ੍ਰੇਸ਼ਨ ਕਿਵੇਂ ਕਰਦੇ ਸੀ, ਇੱਕ ਤਾਂ ਉਹਨੂੰ ਆਈ ਮੰਨਦੇ ਸੀ, ਇੱਕ ਇਹਨੂੰ ਬਾਏ ਪਾਰਟਸ ਇੱਥੇ ਦੋ ਵਾਰੀ ਲੱਗਦਾ ਹੁੰਦਾ। ਦੇਖੋ ਇੱਕ ਵਾਰੀ ਬਾਏ ਪਾਰਟਸ ਲਾਇਆ ਆਇਆ, ਇੱਥੇ ਦੇਖੋ ਫੇਰ ਬਾਏ ਪਾਰਟਸ ਲੱਗੂਗਾ। ਆ ਤੁਹਾਡਾ ਸੈਕਿੰਡ ਫੰਕਸ਼ਨ ਹੈ, ਆ ਫਸਟ ਫੰਕਸ਼ਨ ਹੈ। ਲਾਈਏ ਦੇਖੋ ਕਿਉਂ ਦੋ ਵਾਰੀ ਬਾਏ ਪਾਰਟਸ ਲਾਉਂਦੇ ਆ, ਇਹਦਾ ਵੀ ਰੀਜ਼ਨ ਅੱਗੇ ਆ ਰਿਹਾ ਹੈ, ਵੈਸੇ ਤੁਸੀਂ ਕੀਤਾ ਹੀ ਹੋਣਾ। ਦੇਖੋ ਕਿਵੇਂ ਹੋਊਗਾ, 1/3 ਐਵੇਂ ਹੀ ਬਾਹਰ, ਪਹਿਲਾਂ ਫਸਟ ਐਵੇਂ, ਸੈਕਿੰਡ ਦਾ ਇੰਟੀਗ੍ਰੇਸ਼ਨ ਈ ਦੀ ਪਾਵਰ ਦਾ ਇੰਟੀਗ੍ਰੇਸ਼ਨ ਈ ਦੀ ਪਾਵਰ ਮਾਈਨਸ ਜਿਹੜਾ ਇੰਟੀਗ੍ਰੇਸ਼ਨ ਆਇਆ ਇੱਥੇ ਲਿਖਣਾ ਹੈ, ਪਹਿਲੇ ਦਾ ਡੈਰੀਵੇਟਿਵ cos ਦਾ ਡੈਰੀਵੇਟਿਵ ਕਿੰਨਾ ਹੁੰਦਾ ਹੈ, ਮਾਈਨਸ ਸਾਈਨ, ਇਹਦੇ ਨਾਲ ਪਾ ਦੇਣਾ ਹੈ dx। ਕਲੀਅਰ ਹੈ ਬੇਟਾ। ਲੋ ਇੱਥੋਂ ਦੇਖੋ ਹੁਣ ਤੁਹਾਡਾ ਆਨਸਰ ਆਊਗਾ। ਦੇਖੋ ਆ ਬਣਿਆ, ਆ ਤਾਂ ਪਹਿਲਾਂ ਐਜ਼ ਇਟ ਇਜ਼, ਜੋ ਜਿਹਨੂੰ ਬ੍ਰੈਕਟ ਖੋਲੀ ਇਹ ਬਣਿਆ 1/9 cos x ਈ ਦੀ ਪਾਵਰ 3x। ਆ ਕੀ ਬਣੂਗਾ, ਮਾਈਨਸ ਮਾਈਨਸ ਪਲੱਸ, ਇੱਕ ਬਾਹਰ ਮਾਈਨਸ ਪਿਆ ਮਾਈਨਸ, ਤੇ 3 ਤੇ 3 9 ਬਣ ਜੂਗਾ। ਦੇਖੋ ਬੇਟਾ ਆ ਰਹਿ ਗਿਆ। ਕਲੀਅਰ ਹੈ, ਦੇਖੋ ਇਹ ਕੀ ਚੱਲਦਾ ਪਿਆ ਸੀ ਆਪਣੇ ਕੋਲ ਆਈ। ਹੁਣ ਇਹਦਾ ਬੈਨੀਫਿਟ ਕੀ ਹੋਇਆ ਦੋ ਵਾਰੀ ਬਾਏ ਪਾਰਟਸ ਲਾਉਣ ਦਾ, ਦੇਖੋ ਜੇ ਨਾ ਇੱਕ ਵਾਰੀ ਬਾਏ ਪਾਰਟਸ ਲਾਇਆ ਆ ਬਣਿਆ, ਦੋ ਵਾਰੀ ਬਾਏ ਪਾਰਟਸ ਲਾਇਆ, ਦੇਖੋ ਓਰੀਜਨਲ ਕੁਐਸਚਨ ਹੀ ਬਣ ਗਿਆ। ਦੇਖੋ ਕੁਐਸਚਨ 'ਚ ਆਈ ਹੈ ਨਾ ਇਹ ਈ ਦੀ ਪਾਵਰ 3x ਇੰਟੂ ਸਾਈਨ ਐਕਸ ਕਿਹਦੇ ਇਕੁਅਲ ਆਈ ਹੈ, ਆ ਦੇਖੋ ਆ ਵੀ ਉਹੀਓ ਬਣਿਆ। ਦੇਖੋ ਇਹਦਾ ਆਨਸਰ ਕੀ ਬਣਿਆ, ਇੰਟੀਗ੍ਰੇਸ਼ਨ ਦਾ ਆਨਸਰ ਦੇਖੋ ਆ ਆਈ ਐਵੇਂ, ਆ ਐਵੇਂ, ਆ ਵੀ ਐਵੇਂ, -1/9। ਆ ਸਾਰੀ ਚੀਜ਼ ਕੀ ਹੈ ਬੇਟਾ, ਆਈ। ਇੱਥੋਂ ਦੇਖੋ ਆਈ ਦੀ ਵੈਲਿਊ ਕੈਲਕੂਲੇਟ ਕਰਨੀ ਆ। ਹੁਣ ਤੁਸੀਂ ਇਹਨੂੰ ਇੱਧਰ ਲੈ ਜਾਓ ਤੇ ਤੁਹਾਨੂੰ ਯਾਦ ਹੋਵੇ ਉੱਥੇ ਕੀਤਾ ਹੋਣਾ ਇੰਟੀਗ੍ਰੇਸ਼ਨ 'ਚ ਕਦੇ ਵੀ ਆਈ ਕੈਂਸਲ ਨਹੀਂ ਹੁੰਦਾ। ਇਹਨੂੰ ਇੱਧਰ ਲੈ ਗਏ, ਕਾਮਨ ਕੱਢਣਾ ਤੁਹਾਡੀ ਮਰਜ਼ੀ ਹੈ, ਨਹੀਂ ਕਾਮਨ ਕੱਢਣਾ ਤਦ ਵੀ ਸਰਜੂ ਬੇਟਾ। ਇੱਥੋਂ ਦੇਖੋ ਜੇ LCM ਲਵਾਂਗੇ 9 ਤੇ ਇੱਕ 10/9 ਆ ਗਿਆ। ਇੱਧਰ ਆ ਸਾਰੀ ਚੀਜ਼ ਐਜ਼ ਇਟ ਇਜ਼, ਤਾਂ ਆਈ ਦੀ ਵੈਲਿਊ ਕੀ ਆਊਗੀ, ਇੱਧਰ ਉਹਨੂੰ ਉੱਧਰ ਲੈ ਜਾਓ 9/10। ਆ ਸਾਰੀ ਚੀਜ਼ ਅੰਦਰਲੀ ਐਜ਼ ਇਟ ਇਜ਼ ਲਿਖ ਦੇਣੀ ਹੈ। ਆ ਤੁਹਾਡਾ ਇੰਟੀਗ੍ਰੇਸ਼ਨ ਆਇਆ ਬੇਟਾ। ਇਹਨੂੰ ਇੰਟੀਗ੍ਰੇਸ਼ਨ ਨੂੰ ਟਾਈਮ ਲੱਗਿਆ, ਵੈਸੇ ਕੁਐਸਚਨ ਕੋਈ ਔਖਾ ਨਹੀਂ ਸੀ ਇਹ, ਠੀਕ ਹੈ। ਉਹ ਇੰਟੀਗ੍ਰੇਸ਼ਨ ਦੀ ਵੈਲਿਊ ਨੂੰ ਤੁਸੀਂ ਸਟਾਰਟਿੰਗ ਦੇ ਵਿੱਚ ਆ ਦੇਖੋ ਆਪਣੇ ਆਹ ਕੁਐਸਚਨ ਸੀ, ਸੋਲੂਸ਼ਨ ਜਿਹੜਾ ਕੱਢਦੇ ਪਏ ਸੀ, ਇੱਥੇ ਇਹਦੀ ਵੈਲਿਊ ਆਹ ਪੁੱਟ ਕਰ ਦੇਣੀ ਹੈ 1 ਦੇ ਵਿੱਚ, ਆਪਣੇ ਕੋਲ ਰਿਕੁਆਇਰਡ ਆਨਸਰ ਆ ਜਾਊਗਾ। ਕਲੀਅਰ ਹੈ ਬੇਟਾ, ਸਮਝ ਆਇਆ ਬੇਟਾ। ਦੇਖੋ ਆਪਾਂ ਹੁਣ ਥੋੜਾ ਜਿਹਾ ਸਮ ਅਪ ਕਰੀਏ ਇਹਨੂੰ, ਕੀ ਕਰਦੇ ਪਏ ਆਪਾਂ। ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀਤੀ ਜਦੋਂ ਚੈਪਟਰ ਸ਼ੁਰੂ ਕੀਤਾ ਫਾਰਮੇਸ਼ਨ, ਇਹ ਕੰਮ ਦਾ ਹੈ ਕਿ ਪਹਿਲਾਂ ਤੁਹਾਨੂੰ ਇਹ ਪਤਾ ਹੋਵੇ ਡਿਫਰੈਂਸ਼ੀਅਲ ਇਕੁਏਸ਼ਨ ਬਣਾਉਣੇ ਕਿਵੇਂ। ਸੈਕਿੰਡ ਤੁਹਾਨੂੰ ਇਹ ਵੀ ਪਤਾ ਹੋਵੇ ਆਰਡਰ ਤੇ ਡਿਗਰੀ ਕਿਵੇਂ ਕੈਲਕੂਲੇਟ ਕਰਦੇ ਆ ਡਿਫਰੈਂਸ਼ੀਅਲ ਇਕੁਏਸ਼ਨ ਦੀ। ਥਰਡ ਤੁਹਾਨੂੰ ਇਹ ਪਤਾ ਹੋਵੇ ਕਿ ਸੋਲੂਸ਼ਨ ਕਿਵੇਂ ਕੱਢਦੇ ਆ ਜੀ, ਕਿਸੇ ਵੀ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲੂਸ਼ਨ ਕੈਲਕੂਲੇਟ ਕਰਨ ਦਾ ਕੀ ਤਰੀਕਾ ਹੈ। ਕੀ ਤਰੀਕਾ ਹੈ, ਪਹਿਲਾ ਤਰੀਕਾ ਹੈ ਬਾਏ ਵੇਰੀਏਬਲ ਸੈਪਰੇਬਲ, ਉਹ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੋਣਾ, ਸਭ ਤੋਂ ਸੌਖਾ ਹੈ। ਦੂਸਰਾ ਆਉਂਦਾ ਹੈ ਬਾਏ ਹੋਮੋਜੀਨੀਅਸ ਮੈਥਡ। ਥਰਡ ਤਰੀਕਾ ਹੈ ਬਾਏ ਕੀ ਹੈ, ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ। ਠੀਕ ਹੈ ਬੇਟਾ, ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦੀਆਂ ਤੁਹਾਡੀਆਂ ਦੋ ਟਾਈਪਸ ਨੇ,
ਅੱਜ ਆਪਾਂ ਨੇ ਪਹਿਲੀ ਟਾਈਪ ਕੀਤੀ ਹੈ, ਨੈਕਸਟ ਲੈਕਚਰ 'ਚ ਆਪਾਂ ਦੂਸਰੀ ਟਾਈਪ ਕਰਾਂਗੇ। ਠੀਕ ਹੈ ਬੇਟਾ, 3 ਟਾਈਪਸ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਵੇਂ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੋਲਵ ਕਰਦੇ ਹਾਂ। ਠੀਕ ਹੈ, ਤੇ ਬਸ ਅੱਜ ਦੇ ਲੈਕਚਰ ਦੇ ਵਿੱਚ ਪਹਿਲਾਂ ਤੁਹਾਨੂੰ ਇੰਨਾ ਹੀ ਪਤਾ ਹੋਣਾ ਚਾਹੀਦਾ ਹੈ। ਤੇ ਦੂਸਰੀ ਗੱਲ ਮੈਂ ਇਹ ਦੱਸਣਾ ਚਾਹੁੰਦਾ, ਦੇਖੋ ਆਪਾਂ ਇੱਕ ਵਾਰੀ ਦੁਬਾਰਾ ਤੇ ਇੱਕ ਵਾਰੀ ਸਲਾਈਡਸ ਤੇ ਦੇਖ ਲਈਏ। ਦੇਖੋ ਆਹ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਹੈ ਜੀ, ਆਪਾਂ ਨੇ ਆਹੀ ਟਾਈਪ ਕੀਤੀ ਹੈ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਦੀ। ਆਹ ਆਪਾਂ ਨੇ ਟਾਈਪ ਅੱਜ ਕੀਤੀ ਹੈ। ਇਸ ਟਾਈਪ ਦਾ ਕੁਐਸਚਨ ਨੂੰ ਕਿਵੇਂ ਆਪਾਂ ਸੋਲਵ ਕਰਦੇ ਹਾਂ, ਠੀਕ ਹੈ, ਦੈਟ ਇਜ਼ dy ਓਵਰ। ਇਸ ਟਾਈਪ ਦੇ ਕੁਐਸਚਨ ਨੂੰ ਸੋਲਵ ਕਰਨ ਲਈ ਐਗਜ਼ਾਮਪਲਸ ਤੁਹਾਨੂੰ ਦੱਸਦੀਆਂ ਕਿਹੜੀ ਕਿਹੜੇ ਤਰ੍ਹਾਂ ਦੀ ਐਗਜ਼ਾਮਪਲਸ ਹੁੰਦੀਆਂ। ਸੈਕਿੰਡ ਟਾਈਪ ਆਪਾਂ ਨੇ ਜਿਹੜਾ ਨੈਕਸਟ ਲੈਕਚਰ 'ਚ ਕਵਰ ਕਰਾਂਗੇ, ਦੈਟ ਇਜ਼ ਇਹ ਕਿਸ ਤਰ੍ਹਾਂ ਦੀ ਹੁੰਦੀ ਹੈ, dx ਓਵਰ dy ਪਲਸ px ਇਜ਼ ਇਕੁਅਲ ਟੂ q। ਇਹ ਆਪਾਂ ਨੈਕਸਟ ਲੈਕਚਰ 'ਚ ਕਵਰ ਕਰਾਂਗੇ। ਤੇ ਆਹ ਮੇਨ ਚੀਜ਼ ਹੈ ਜੀ, ਸਟੈਪਸ ਤੁਹਾਨੂੰ ਪਤਾ ਹੋਣੇ ਚਾਹੀਦੇ ਹੈ। ਠੀਕ ਹੈ, ਫਸਟ ਸਟੈਪ ਕੀ ਹੈ, p ਤੇ q ਕੈਲਕੂਲੇਟ ਕਰਨਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਡਾ ਕੰਮ ਇਹੀ ਹੈ ਕਿ dy ਓਵਰ dx ਅੱਗੇ ਕਿ ਇੱਕ ਤਾਂ 1 ਹੋਣਾ ਚਾਹੀਦਾ। ਸੈਕਿੰਡ ਆਪਾਂ ਨੇ p ਤੇ q ਕੈਲਕੂਲੇਟ ਕਰਨਾ ਹੈ। ਕੱਢਣ ਤੋਂ ਬਾਅਦ ਆਪਾਂ ਨੇ ਇੰਟੀਗ੍ਰੇਟਿੰਗ ਫੈਕਟਰ ਕੈਲਕੂਲੇਟ ਕਰਨਾ ਹੈ। IF ਮੀਨਸ ਇੰਟੀਗ੍ਰੇਟਿੰਗ ਫੈਕਟਰ। ਥਰਡ ਨੰਬਰ ਤੇ ਆ ਸੋਲੂਸ਼ਨ ਦਾ ਫਾਰਮੂਲਾ ਯੂਜ਼ ਕਰਨਾ ਹੈ। ਠੀਕ ਹੈ ਜੀ, ਆਹ 3 ਚੀਜ਼ਾਂ। ਆ ਸੋਲੂਸ਼ਨ ਵਾਲਾ ਫਾਰਮੂਲਾ ਯਾਦ ਕਰ ਲਓ ਬੇਟਾ, ਬੁੱਕ 'ਚ ਨਹੀਂ ਮਿਲੂਗਾ, ਤੁਸੀਂ ਇਹ ਫਾਰਮੂਲਾ ਯੂਜ਼ ਕਰੀਓ, ਜਲਦੀ ਆਨਸਰ ਆਊਗਾ ਤੇ ਸਹੀ ਆਨਸਰ ਆਊਗਾ। ਤੇ ਇੱਕ ਚੀਜ਼ ਧਿਆਨ ਰੱਖਣਾ ਹੈ, ਸੋਲੂਸ਼ਨ ਦੀ ਜਗ੍ਹਾ ਤੇ ਇੰਟੀਗਰਲ ਵੀ ਲਿਖਿਆ ਆ ਸਕਦਾ ਪੇਪਰ 'ਚ, ਇੱਕੋ ਚੀਜ਼ ਹੈ। ਠੀਕ ਹੈ ਬੇਟਾ, ਤੇ ਜਦੋਂ ਵੀ ਕੁਐਸਚਨ ਪੇਪਰ 'ਚ ਆ ਜੇ, ਸਭ ਤੋਂ ਪਹਿਲਾਂ ਦੇਖਿਓ ਕਿ ਉਹ ਵੇਰੀਏਬਲ ਸੈਪਰੇਬਲ ਹੈ, ਨਹੀਂ ਹੈ ਤਾਂ ਦੇਖੋ ਕਿਆ ਉਹ ਹੋਮੋਜੀਨੀਅਸ ਡਿਫਰੈਂਸ਼ੀਅਲ ਇਕੁਏਸ਼ਨ ਹੈ। ਜੇ ਉਹ ਵੀ ਨਹੀਂ ਹੈ ਤਾਂ ਦੇਖੋ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਆਫ ਟਾਈਪ 1 ਹੈ। ਜੇ ਉਹ ਵੀ ਨਹੀਂ ਹੈ ਤਾਂ ਆਪਾਂ ਜਿਹੜਾ ਨੈਕਸਟ ਲੈਕਚਰ 'ਚ ਕਰਾਂਗੇ ਇਟ ਇਜ਼ ਆਫ ਟਾਈਪ 2 ਹੋਊਗੀ। ਠੀਕ ਹੈ ਬੇਟਾ, ਬਹੁਤ ਈਜ਼ੀ ਟੌਪਿਕ ਹੈ, ਸਿਰਫ ਤੁਹਾਨੂੰ ਇੰਟੀਗ੍ਰੇਸ਼ਨ ਆਉਂਦੀ ਹੋਵੇ, ਸਿੰਪਲ ਇੰਟੀਗ੍ਰੇਸ਼ਨ। ਠੀਕ ਹੈ ਬੇਟਾ, ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ। ਥੈਂਕ ਯੂ, ਥੈਂਕਸ ਅ ਲੋਟ।